ਸਾਦਤ ਹਸਨ ਮੰਟੋ ਦੀ ਕਹਾਣੀ ਬਾਂਝ। ਮੇਰੀ ਤੇ ਉਹਦੀ ਮੁਲਾਕਾਤ ਅੱਜ ਤੋਂ ਠੀਕ 2 ਸਾਲ ਪਹਿਲਾਂ ਅਪੋਲੋ ਬੰਦਰ 'ਤੇ ਹੋਈ। ਸ਼ਾਮ ਦਾ ਵਕਤ ਸੀ। ਸੂਰਜ ਦੀਆਂ ਆਖਰੀ ਕਿਰਨਾਂ ਸਮੁੰਦਰ ਦੀਆਂ ਉਹਨਾਂ ਵਿਸ਼ਾਲ ਲਹਿਰਾਂ ਦੇ ਪਿੱਛੇ ਗਾਇਬ ਹੋ ਚੁੱਕੀਆਂ ਸਨ ਜੋ ਤੱਟ ਦੇ ਬੈਂਚ ਉੱਤੇ ਬੈਠ ਕੇ ਦੇਖਣ ਨਾਲ ਮੋਟੇ ਕੱਪੜੇ ਦੀਆਂ ਤਹਿਆਂ ਲੱਗਦੀਆਂ ਸਨ। ਮੈਂ ਗੇਟਵੇ ਆਫ ਇੰਡੀਆ ਦੇ ਉਸ ਪਾਸੇ ਪਹਿਲਾ ਬੈਂਚ ਛੱਡ ਕੇ, ਜਿਸ ਉੱਤੇ ਇੱਕ ਆਦਮੀ ਚੰਪੀ ਵਾਲੇ ਤੋਂ ਆਪਣੇ ਸਿਰ ਦੀ ਮਾਲਿਸ਼ ਕਰਾ ਰਿਹਾ ਸੀ, ਦੂਜੇ ਬੈਂਚ 'ਤੇ ਬੈਠਾ ਸੀ ਅਤੇ ਦਿਸ ਹੱਦੇ ਤੱਕ ਫੈਲੇ ਸਮੁੰਦਰ ਨੂੰ ਵੇਖ ਰਿਹਾ ਸੀ। ਦੂਰ, ਬਹੁਤ ਦੂਰ, ਜਿੱਥੇ ਸਮੁੰਦਰ ਤੇ ਅਸਮਾਨ ਘੁਲ ਮਿਲ ਰਹੇ ਸਨ, ਵੱਡੀਆਂ ਵੱਡੀਆਂ ਲਹਿਰਾਂ ਆਹਿਸਤਾ ਆਹਿਸਤਾ ਉੱਠ ਰਹੀਆਂ ਸਨ। ਇੰਝ ਲੱਗਦਾ ਸੀ ਵਿਸ਼ਾਲ ਮਟਮੈਲੇ ਰੰਗ ਦਾ ਕਾਲੀਨ ਹੈ ਜਿਹਨੂੰ ਇੱਧਰ ਤੋਂ ਉੱਧਰ ਸਮੇਟਿਆ ਜਾ ਰਿਹਾ ਹੈ। ਤੱਟ ਦੇ ਸਭ ਬੱਲਬ ਰੌਸ਼ਨ ਸਨ, ਜਿਨ੍ਹਾਂ ਦਾ ਅਕਸ ਕੰਢੇ ਦੇ ਕੰਬਦੇ ਪਾਣੀ ਉੱਤੇ ਕੰਬਦੀਆਂ ਮੋਟੀਆਂ ਲਕੀਰਾਂ ਦੀ ਸੂਰਤ ਵਿੱਚ ਥਾਂ ਥਾਂ ਰੀਂਗ ਰਿਹਾ ਸੀ। ਮੇਰੇ ਕੋਲ ਪਥਰੀਲੀ ਦੀਵਾਰ ਦੇ ਹੇਠਾਂ ਕਈ ਕਿਸ਼ਤੀਆਂ 'ਤੇ ਲਿਪਟੇ ਹੋਏ ਬਾਦਬਾਂ ਤੇ ਬਾਂਸ ਸਹਿਜੇ ਸਹਿਜੇ ਹਰਕਤ ਕਰ ਰਹੇ ਸਨ। ਸਮੁੰਦਰ ਦੀਆਂ ਲਹਿਰਾਂ ਤੇ ਤਮਾਸ਼ਾਈਆਂ ਦੀ ਆਵਾਜ਼ ਇੱਕ ਗੁਣਗੁਨਾਟ ਬਣ ਕੇ ਫਿਜ਼ਾ 'ਚ ਘੁਲੀ ਹੋਈ ਸੀ। ਕਦੇ ਕਦੇ ਕਿਸੇ ਆਉਣ ਜਾਂ ਜਾਣ ਵਾਲੀ ਮੋਟਰ ਦੇ ਹਾਰਨ ਦੀ ਆਵਾਜ਼ ਬੁਲੰਦ ਹੁੰਦੀ ਤੇ ਇਵੇਂ ਲੱਗਦਾ ਕਿ ਬੜੀ ਦਿਲਚਸਪ ਕਹਾਣੀ ਸੁਣਨ ਦੇ ਦੌਰਾਨ ਕਿਸੇ ਨੇ ਜ਼ੋਰ ਨਾਲ ਹਾਂ ਕੀਤੀ ਹੈ। ਅਜਿਹੇ ਮਾਹੌਲ 'ਚ ਸਿਗਰਟ ਪੀਣ ਦਾ ਬਹੁਤ ਮਜ਼ਾ ਆਉਂਦਾ ਹੈ। ਮੈਂ ਜੇਬ 'ਚ ਹੱਥ ਪਾ ਕੇ ਸਿਗਰਟ ਦੀ ਡੱਬੀ ਕੱਢੀ, ਪਰ ਮਾਚਸ ਨਾ ਮਿਲੀ। ਪਤਾ ਨਹੀਂ ਕਿੱਥੇ ਭੁੱਲ ਆਇਆ ਸੀ। ਸਿਗਰਟ ਦੀ ਡੱਬੀ ਵਾਪਸ ਜੇਬ 'ਚ ਰੱਖਣ ਹੀ ਵਾਲਾ ਸੀ ਕਿ ਕੋਲੋਂ ਕਿਸੇ ਨੇ ਕਿਹਾ, ਮਾਚਸ ਲਓ। ਮੈਂ ਮੁੜ ਕੇ ਵੇਖਿਆ। ਬੈਂਚ ਦੇ ਪਿੱਛੇ ਇੱਕ ਨੌਜਵਾਨ ਖੜ੍ਹਾ ਸੀ। ਉਂਝ ਤਾਂ ਬੰਬਈ ਦੇ ਆਮ ਬਾਸ਼ਿੰਦਿਆਂ ਦਾ ਰੰਗ ਜ਼ਰਦ ਹੁੰਦਾ ਹੈ, ਪਰੰਤੂ ਉਹਦਾ ਚਿਹਰਾ ਖੌਫਨਾਕ ਤੌਰ 'ਤੇ ਜ਼ਰਦ ਸੀ। ਮੈਂ ਉਹਦਾ ਧੰਨਵਾਦ ਕੀਤਾ। ਤੁਹਾਡੀ ਬੜੀ ਮਿਹਰ ਹੈ। ਉਹਨੇ ਜਵਾਬ ਦਿੱਤਾ, ਤੁਸੀਂ ਸਿਗਰਟ ਸੁਲਗਾ ਲਓ, ਮੈਂ ਜਾਣਾ ਹੈ। ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਉਹਨੇ ਝੂਠ ਬੋਲਿਆ, ਕਿਉਂਕਿ ਉਹਦੇ ਲਹਿਜੇ ਤੋਂ ਇਸ ਗੱਲ ਦਾ ਪਤਾ ਚੱਲਦਾ ਸੀ ਕਿ ਉਹਨੂੰ ਕੋਈ ਜਲਦੀ ਨਹੀਂ ਹੈ, ਨਾ ਹੀ ਉਹਨੇ ਕਿਤੇ ਜਾਣਾ ਹੈ। ਤੁਸੀਂ ਕਹੋਗੇ ਕਿ ਲਹਿਜੇ ਤੋਂ ਜਿਹੜੀਆਂ ਅਜਿਹੀਆਂ ਗੱਲਾਂ ਦਾ ਕਿਸ ਤਰ੍ਹਾਂ ਪਤਾ ਚੱਲ ਸਕਦਾ ਹੈ, ਪਰ ਹਕੀਕਤ ਇਹ ਹੈ ਕਿ ਮੈਨੂੰ ਉਸ ਵਕਤ ਅਜਿਹਾ ਮਹਿਸੂਸ ਹੋਇਆ। ਇਸ ਲਈ ਮੈਂ ਇੱਕ ਵਾਰ ਫੇਰ ਕਿਹਾ, ਵੀ ਐਸੀ ਜਲਦੀ ਕੀ ਹੈ, ਤਸ਼ਰੀਫ ਰੱਖੋ। ਇਹ ਕਹਿ ਕੇ ਮੈਂ ਸਿਗਰਟ ਦੀ ਡੱਬੀ ਉਸ ਵੱਲ ਵਧਾ ਦਿੱਤੀ। ਸ਼ੌਕ ਫਰਮਾਓ। ਉਹਨੇ ਸਿਗਰਟ ਦੀ ਛਾਪ ਵੱਲ ਵੇਖਿਆ ਤੇ ਜਵਾਬ ਦਿੱਤਾ, ਧੰਨਵਾਦ, ਮੈਂ ਸਿਰਫ ਆਪਣਾ ਬ੍ਰਾਂਡ ਪੀਆ ਕਰਦਾ ਹਾਂ। ਤੁਸੀਂ ਮੰਨੋ ਨਾ ਮੰਨੋ, ਪਰ ਮੈਂ ਕਸਮ ਖਾ ਕੇ ਕਹਿਣਾ ਕਿ ਇਸ ਵਾਰ ਫਿਰ ਉਹਨੇ ਝੂਠ ਬੋਲਿਆ। ਇਸ ਵਾਰ ਫਿਰ ਉਹਦੇ ਲਹਿਜੇ ਨੇ ਚੁਗਲੀ ਕੀਤੀ ਤੇ ਮੈਨੂੰ ਉਸ 'ਚ ਦਿਲਚਸਪੀ ਪੈਦਾ ਹੋ ਗਈ, ਇਸ ਲਈ ਕਿ ਮੈਂ ਆਪਣੇ ਦਿਲ 'ਚ ਧਾਰ ਲਿਆ ਸੀ, ਉਹਨੂੰ ਜ਼ਰੂਰ ਆਪਣੇ ਕੋਲ ਬਿਠਾਵਾਂਗਾ ਤੇ ਆਪਣੀ ਸਿਗਰਟ ਪਿਲਾਵਾਂਗਾ। ਮੇਰੇ ਖਿਆਲ ਮੁਤਾਬਕ ਇਸ 'ਚ ਮੁਸ਼ਕਲ ਦੀ ਕੋਈ ਗੱਲ ਹੀ ਨਹੀਂ ਸੀ, ਕਿਉਂਕਿ ਉਹਦੇ 2 ਜੁਮਲਿਆਂ ਨੇ ਮੈਨੂੰ ਦੱਸ ਦਿੱਤਾ ਸੀ ਵੀ ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ। ਉਹਦਾ ਦਿਲ ਚਾਹੁੰਦਾ ਹੈ ਕਿ ਮੇਰੇ ਕੋਲ ਬੈਠੇ ਤੇ ਸਿਗਰਟ ਪੀਵੇ, ਪਰ ਇੱਕ ਵਕਤ ਉਹਦੇ ਦਿਲ 'ਚ ਇਹ ਖਿਆਲ ਵੀ ਪੈਦਾ ਹੋਇਆ ਸੀ ਕਿ ਮੇਰੇ ਕੋਲ ਨਾ ਬੈਠੇ ਤੇ ਮੇਰਾ ਸਿਗਰਟ ਨਾ ਪੀਵੇ। ਇਸ ਲਈ ਹਾਂ ਤੇ ਨਾ ਦਾ ਇਹ ਘੋਲ ਉਹਦੇ ਲਹਿਜੇ ਵਿੱਚ ਸਾਫ਼ ਤੌਰ 'ਤੇ ਮੈਨੂੰ ਨਜ਼ਰ ਆਇਆ ਸੀ। ਤੁਸੀਂ ਯਕੀਨ ਜਾਣੋ ਕਿ ਉਹਦਾ ਵਜੂਦ ਵੀ ਹੋਣ ਤੇ ਨਾ ਹੋਣ ਦੇ ਵਿੱਚ ਲਟਕਿਆ ਹੋਇਆ ਸੀ। ਉਹਦਾ ਚਿਹਰਾ, ਜਿਵੇਂ ਕਿ ਮੈਂ ਬਿਆਨ ਕਰ ਚੁੱਕਾ, ਬੇਹੱਦ ਪੀਲਾ ਸੀ। ਉਸ 'ਤੇ ਉਹਦੇ ਨੱਕ, ਅੱਖਾਂ, ਮੂੰਹ ਦੇ ਨਕਸ਼ ਇਸ ਕਦਰ ਮੱਧਮ ਸਨ, ਜਿਵੇਂ ਕਿਸੇ ਨੇ ਤਸਵੀਰ ਬਣਾਈ ਹੈ ਤੇ ਉਹਨੂੰ ਪਾਣੀ ਨਾਲ ਧੋ ਸੁੱਟਿਆ। ਕਦੇ ਕਦੇ ਉਸ ਵੱਲ ਵੇਖਦੇ ਵੇਖਦੇ ਉਹਦੇ ਹੋਠ ਉੱਭਰ ਜਿਹੇ ਆਉਂਦੇ, ਪਰੰਤੂ ਫਿਰ ਰਾਖ 'ਚ ਲਿਪਟੀ ਹੋਈ ਚੰਗਿਆੜੀ ਵਾਂਗ ਸੌਂ ਜਾਂਦੇ। ਉਹਦੇ ਚਿਹਰੇ ਦੇ ਦੂਜੇ ਨਕਸ਼ਾਂ ਦਾ ਵੀ ਇਹੀ ਹਾਲ ਸੀ। ਅੱਖਾਂ ਗੰਧਲੇ ਪਾਣੀ ਦੀਆਂ 2 ਵੱਡੀਆਂ ਵੱਡੀਆਂ ਬੂੰਦਾਂ ਸਨ, ਜਿਨ੍ਹਾਂ ਉੱਤੇ ਉਹਦੀਆਂ ਫਟੀਆਂ ਪਲਕਾਂ ਝੁਕੀਆਂ ਸਨ। ਵਾਲ ਕਾਲੇ ਸਨ, ਪਰ ਉਹਨਾਂ ਦੀ ਸਿਆਹੀ ਸੜੇ ਹੋਏ ਕਾਗਜ਼ ਜਿੰਨੀ ਸੀ, ਜਿਨ੍ਹਾਂ 'ਚ ਭੁੱਸਲਾਪਨ ਹੁੰਦਾ ਹੈ। ਨੇੜਿਓਂ ਦੇਖਣ ਉੱਤੇ ਉਹਦੀ ਨੱਕ ਦਾ ਠੀਕ ਨਕਸ਼ਾ ਪਤਾ ਲੱਗ ਸਕਦਾ ਸੀ, ਪਰ ਦੂਰੋਂ ਦੇਖਣ ਉੱਤੇ ਉਹ ਬਿਲਕੁਲ ਚਪਟਾ ਲੱਗਦਾ ਸੀ, ਕਿਉਂਕਿ ਜਿਵੇਂ ਕਿ ਮੈਂ ਇਹ ਤੋਂ ਪਹਿਲਾਂ ਬਿਆਨ ਕਰ ਚੁੱਕਾ, ਉਹਦੇ ਚਿਹਰੇ ਦੇ ਨਕਸ਼ ਬਿਲਕੁਲ ਹੀ ਮੱਧਮ ਸਨ। ਉਹਦਾ ਕੱਦ ਆਮ ਲੋਕਾਂ ਜਿੰਨਾ ਸੀ, ਯਾਨੀ ਨਾ ਛੋਟਾ ਨਾ ਵੱਡਾ, ਪਰ ਜਦੋਂ ਇੱਕ ਖਾਸ ਅੰਦਾਜ਼ ਨਾਲ, ਯਾਨੀ ਆਪਣੀ ਕਮਰ ਦੀ ਹੱਡੀ ਨੂੰ ਢਿੱਲਾ ਛੱਡ ਕੇ ਖੜ੍ਹਾ ਹੁੰਦਾ, ਤਾਂ ਉਹਦੇ ਕੱਦ ਵਿੱਚ ਤਕੜਾ ਫਰਕ ਪੈ ਜਾਂਦਾ। ਇਸ ਤਰ੍ਹਾਂ ਜਦੋਂ ਕਿ ਉਹ ਇੱਕਦਮ ਖੜ੍ਹਾ ਹੁੰਦਾ, ਉਹਦਾ ਕੱਦ ਜਿਸਮ ਦੇ ਮੁਕਾਬਲੇ ਵੱਡਾ ਵਿਖਾਈ ਦਿੰਦਾ। ਕੱਪੜੇ ਉਹਦੇ ਖਸਤਾ ਹਾਲਤ ਵਿੱਚ ਸਨ, ਪਰੰਤੂ ਮੈਲੇ ਨਹੀਂ ਸਨ। ਕੋਟ ਦੀਆਂ ਬਾਹਾਂ ਦੇ ਆਖਰੀ ਹਿੱਸੇ ਬਹੁਤ ਜ਼ਿਆਦਾ ਇਸਤੇਮਾਲ ਦੇ ਸਬੱਬ ਘਸ ਗਏ ਸਨ ਤੇ ਫੂਸੜੇ ਨਿਕਲ ਆਏ ਸਨ।
ਕਾਲਰ ਖੁੱਲ੍ਹਾ ਸੀ। ਕਮੀਜ਼ ਬਸ ਇੱਕ ਹੋਰ ਧੁਆਈ ਦੀ ਮਾਰ ਸੀ, ਪਰ ਇਹਨਾਂ ਕੱਪੜਿਆਂ 'ਚ ਵੀ ਉਹ ਖੁਦ ਨੂੰ ਇੱਕ ਵੱਕਾਰੀ ਅੰਦਾਜ਼ 'ਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਕੋਸ਼ਿਸ਼ ਕਰ ਰਿਹਾ ਸੀ ਇਸ ਲਈ ਕਿਹਾ ਕਿਉਂਕਿ ਜਦੋਂ ਮੈਂ ਉਸ ਵੱਲ ਵੇਖਿਆ ਸੀ ਤਾਂ ਉਹਦੇ ਸਾਰੇ ਵਜੂਦ ਵਿੱਚ ਬੇਚੈਨੀ ਦੀ ਲਹਿਰ ਦੌੜ ਗਈ ਸੀ ਅਤੇ ਮੈਨੂੰ ਇੰਝ ਲੱਗਿਆ ਕਿ ਉਹ ਆਪਣੇ ਆਪ ਨੂੰ ਮੇਰੀਆਂ ਨਿਗਾਹਾਂ ਤੋਂ ਓਹਲੇ ਰੱਖਣਾ ਚਾਹੁੰਦਾ ਹੈ। ਮੈਂ ਉੱਠ ਖੜ੍ਹਾ ਹੋਇਆ ਅਤੇ ਸਿਗਰਟ ਸੁਲਗਾ ਕੇ ਉਸ ਵੱਲ ਡੱਬੀ ਵਧਾ ਦਿੱਤੀ। ਸ਼ੌਕ ਫਰਮਾਓ। ਇਹ ਮੈਂ ਕੁਝ ਇਸ ਤਰੀਕੇ ਨਾਲ ਕਿਹਾ ਅਤੇ ਫੌਰਨ ਮਾਚਿਸ ਸੁਲਗਾ ਕੇ ਇਸ ਅੰਦਾਜ਼ ਨਾਲ ਪੇਸ਼ ਕੀਤੀ ਕਿ ਸਭ ਕੁਝ ਭੁੱਲ ਗਿਆ। ਉਹਨੇ ਡੱਬੀ 'ਚੋਂ ਸਿਗਰਟ ਕੱਢ ਕੇ ਮੂੰਹ 'ਚ ਦਬਾ ਲਈ ਅਤੇ ਉਹਨੂੰ ਸੁਲਗਾ ਕੇ ਪੀਣਾ ਵੀ ਸ਼ੁਰੂ ਕਰ ਦਿੱਤਾ। ਪਰੰਤੂ ਅਚਾਨਕ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਮੂੰਹ 'ਚੋਂ ਸਿਗਰਟ ਕੱਢ ਕੇ ਮਸਨੂਈ ਖੰਘ ਦੇ ਲੱਛਣ ਹਲਕ 'ਚ ਪੈਦਾ ਕਰਦੇ ਹੋਏ ਉਹਨੇ ਕਿਹਾ, ਕੈਵੈਂਡਰ, ਮੈਨੂੰ ਰਾਸ ਨਹੀਂ ਆਉਂਦੀ। ਇਹਨਾਂ ਦਾ ਤਮਾਕੂ ਬਹੁਤ ਤੇਜ਼ ਹੈ। ਮੇਰੇ ਗਲੇ 'ਚ ਫੌਰਨ ਖਰਾਸ਼ਾਂ ਪੈਦਾ ਹੋ ਜਾਂਦੀ ਹੈ। ਮੈਂ ਉਹਨੂੰ ਪੁੱਛਿਆ, ਤੁਸੀਂ ਕਿਹੜੀ ਸਿਗਰਟ ਪਸੰਦ ਕਰਦੇ ਹੋ? ਉਹਨੇ ਤੁਤਲਾ ਕੇ ਜਵਾਬ ਦਿੱਤਾ, ਮੈਂ ਦਰਅਸਲ ਸਿਗਰਟ ਬਹੁਤ ਘੱਟ ਪੀਂਦਾ ਕਿਉਂਕਿ ਡਾਕਟਰ ਅਰੋਲਕਰ ਨੇ ਮਨ੍ਹਾ ਕੀਤਾ ਹੋਇਆ। ਉਂਝ ਮੈਂ 3-5 ਪੀਂਦਾ ਜਿਨ੍ਹਾਂ ਦਾ ਤਮਾਕੂ ਤੇਜ਼ ਨਹੀਂ ਹੁੰਦਾ। ਉਹਨੇ ਜਿਸ ਡਾਕਟਰ ਦਾ ਨਾਮ ਲਿਆ ਉਹ ਬੰਬਈ ਦਾ ਵੱਡਾ ਡਾਕਟਰ ਹੈ। ਉਹਦੀ ਫੀਸ 10 ਰੁਪਏ ਹੈ ਅਤੇ ਜਿਨ੍ਹਾਂ ਸਿਗਰਟਾਂ ਦਾ ਉਹਨੇ ਹਵਾਲਾ ਦਿੱਤਾ ਹੈ ਉਹਦੇ ਬਾਰੇ ਤੁਹਾਨੂੰ ਵੀ ਪਤਾ ਹੋਏਗਾ ਕਿ ਬਹੁਤ ਮਹਿੰਗੇ ਭਾਅ ਮਿਲਦੀ ਹੈ। ਉਹਨੇ ਇੱਕ ਹੀ ਸਾਹ 'ਚ 2 ਝੂਠ ਬੋਲੇ ਜੋ ਮੈਨੂੰ ਹਜ਼ਮ ਨਾ ਹੋਈ, ਪਰ ਮੈਂ ਚੁੱਪ ਰਿਹਾ। ਹਾਲਾਂਕਿ ਸੱਚ ਅਰਜ਼ ਕਰਦਾ, ਉਸ ਵਕਤ ਮੇਰੇ ਦਿਲ 'ਚ ਇਹੀ ਖਾਸ ਚੁਟਕੀਆਂ ਲੈ ਰਹੀ ਸੀ ਕਿ ਉਹਦਾ ਗਿਲਾਫ ਲਾ ਦੇਵਾਂ ਅਤੇ ਉਹਦੇ ਝੂਠ ਨੂੰ ਬੇਨਕਾਬ ਕਰ ਦੇਵਾਂ ਅਤੇ ਉਹਨੂੰ ਕੁਝ ਇਸ ਤਰ੍ਹਾਂ ਸ਼ਰਮਿੰਦਾ ਕਰਾਂ ਕਿ ਉਹ ਮੈਥੋਂ ਮਾफ़ੀ ਮੰਗੇ। ਪਰ ਮੈਂ ਜਦੋਂ ਉਸ ਵੱਲ ਵੇਖਿਆ ਤਾਂ ਇਸ ਫੈਸਲੇ 'ਤੇ ਪੁੱਜਾ ਕਿ ਉਹਨੇ ਜੋ ਕੁਝ ਕਿਹਾ ਹੈ ਉਹਦਾ ਅੰਸ਼ ਬਣ ਕੇ ਰਹਿ ਗਿਆ ਹੈ। ਝੂਠ ਬੋਲ ਕੇ ਚਿਹਰੇ ਉੱਤੇ ਜੋ ਇੱਕ ਸੁਰਖੀ ਜਿਹੀ ਦੌੜ ਜਾਇਆ ਕਰਦੀ ਹੈ ਮੈਨੂੰ ਨਜ਼ਰ ਨਾ ਆਈ, ਸਗੋਂ ਮੈਂ ਵੇਖਿਆ ਕਿ ਉਹ ਜੋ ਕੁਝ ਕਹਿ ਚੁੱਕਿਆ ਹੈ ਉਹਨੂੰ ਹਕੀਕਤ ਸਮਝਦਾ ਹੈ। ਉਹਦੇ ਝੂਠ ਵਿੱਚ ਇੰਨੀ ਸਾਦਗੀ ਸੀ, ਯਾਨੀ ਉਹਨੇ ਇੰਨੇ ਸਰਲ ਤਰੀਕੇ ਨਾਲ ਝੂਠ ਬੋਲਿਆ ਸੀ ਕਿ ਉਹਦੇ ਅਹਿਸਾਸ ਦੇ ਸੰਤੁਲਨ ਵਿੱਚ ਹਲਕੀ ਜਿਹੀ ਜ਼ੁੰਬਸ਼ ਵੀ ਪੈਦਾ ਨਹੀਂ ਹੋਈ ਸੀ। ਖੈਰ, ਕਹਾਣੀ ਬਹੁਤ ਖੁਸ਼ਕ ਹੋ ਜਾਏਗੀ। ਥੋੜ੍ਹੀ ਜਿਹੀ ਰਸਮੀ ਗੱਲਬਾਤ ਤੋਂ ਬਾਅਦ ਮੈਂ ਉਹਨੂੰ ਰਾਹ 'ਤੇ ਲੈ ਆਉਂਦਾ। ਇੱਕ ਹੋਰ ਸਿਗਰਟ ਪੇਸ਼ ਕਰਕੇ ਸਮੁੰਦਰ ਦੇ ਦਿਲ ਫਰੇਬ ਦ੍ਰਿਸ਼ ਦੀ ਗੱਲ ਛੇੜ ਦਿੱਤੀ। ਕਿਉਂਕਿ ਕਹਾਣੀਕਾਰ ਹਾਂ, ਇਸ ਲਈ ਕੁਝ ਇਸ ਦਿਲਚਸਪ ਤਰੀਕੇ ਨਾਲ ਉਹਨੂੰ ਸਮੁੰਦਰ, ਅਪੋਲੋ ਬੰਦਰ ਅਤੇ ਉੱਥੇ ਆਉਣ ਜਾਣ ਵਾਲੇ ਤਮਾਸ਼ਾਈਆਂ ਦੇ ਬਾਰੇ ਕੁਝ ਗੱਲਾਂ ਸੁਣਾਈਆਂ ਕਿ 6 ਸਿਗਰਟ ਪੀਣ 'ਤੇ ਵੀ ਉਹਦੇ ਹਲਕ 'ਚ ਖਰਖਰਾਹਟ ਪੈਦਾ ਨਹੀਂ ਹੋਈ। ਉਹਨੇ ਮੇਰਾ ਨਾਮ ਪੁੱਛਿਆ। ਮੈਂ ਦੱਸਿਆ, ਉੱਠ ਖੜੋਇਆ ਅਤੇ ਕਹਿਣ ਲੱਗਾ, ਤੁਸੀਂ ਮਿਸਟਰ ਹੋ? ਮੈਂ ਤੁਹਾਡੀਆਂ ਕਈ ਕਹਾਣੀਆਂ ਪੜ੍ਹ ਚੁੱਕਾ। ਮੈਨੂੰ ਪਤਾ ਨਹੀਂ ਸੀ ਕਿ ਤੁਸੀਂ ਹੋ। ਮੈਨੂੰ ਤੁਹਾਡੇ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਹੈ, ਸੱਚਮੁੱਚ ਬਹੁਤ ਖੁਸ਼ੀ ਹੋਈ। ਮੈਂ ਉਹਦਾ ਧੰਨਵਾਦ ਅਦਾ ਕਰਨਾ ਚਾਹਿਆ, ਪਰ ਉਹਨੇ ਆਪਣੀ ਗੱਲ ਸ਼ੁਰੂ ਕਰ ਦਿੱਤੀ। ਹਾਂ, ਖੂਬ ਯਾਦ ਆਇਆ। ਹੁਣੇ ਹਾਲ ਹੀ ਵਿੱਚ ਤੁਹਾਡੀ ਕਹਾਣੀ ਮੈਂ ਪੜ੍ਹੀ ਹੈ। ਸਿਰਲੇਖ ਭੁੱਲ ਗਿਆ। ਉਸ 'ਚ ਤੁਸੀਂ ਇੱਕ ਕੁੜੀ ਪੇਸ਼ ਕੀਤੀ ਹੈ ਜੋ ਕਿਸੇ ਮਰਦ ਨਾਲ ਮੁਹੱਬਤ ਕਰਦੀ ਸੀ, ਪਰ ਉਹ ਉਹਨੂੰ ਧੋਖਾ ਦੇ ਗਿਆ। ਉਸੇ ਕੁੜੀ ਨਾਲ ਇੱਕ ਹੋਰ ਮਰਦ ਵੀ ਮੁਹੱਬਤ ਕਰਦਾ ਸੀ ਜੋ ਕਹਾਣੀ ਸੁਣਾਉਂਦਾ ਹੈ। ਜਦੋਂ ਉਹਨੂੰ ਕੁੜੀ ਦੇ ਤੌਰ ਤਰੀਕਿਆਂ ਦਾ ਪਤਾ ਚੱਲਦਾ ਹੈ ਤਾਂ ਉਹਨੂੰ ਮਿਲਦਾ ਹੈ। ਉਹਨੂੰ ਕਹਿੰਦਾ ਹੈ, ਜ਼ਿੰਦਾ ਰਹਿ। ਉਹਨਾਂ ਕੁਝ ਘੜੀਆਂ ਦੀਆਂ ਯਾਦ ਵਿੱਚ ਆਪਣੀ ਜ਼ਿੰਦਗੀ ਦੀਆਂ ਬੁਨਿਆਦਾਂ ਖੜੀਆਂ ਕਰ ਜੋ ਤੂੰ ਉਹਦੀ ਮੁਹੱਬਤ ਵਿੱਚ ਗੁਜ਼ਾਰੀਆਂ ਹਨ, ਉਸ ਖੁਸ਼ੀ ਦੀ ਯਾਦ ਵਿੱਚ ਜੋ ਤੂੰ ਕੁਝ ਘੜੀਆਂ ਲਈ ਹਾਸਲ ਕੀਤੀ ਸੀ। ਮੈਨੂੰ ਅਸਲ ਇਬਾਰਤ ਯਾਦ ਨਹੀਂ ਰਹੀ, ਪਰ ਮੈਨੂੰ ਦੱਸੋ ਕਿ ਅਜਿਹਾ ਸੰਭਵ ਹੈ? ਸੰਭਵ ਨੂੰ ਛੱਡੋ, ਤੁਸੀਂ ਇਹ ਦੱਸੋ ਕਿ ਉਹ ਆਦਮੀ ਤੁਸੀਂ ਤਾਂ ਨਹੀਂ ਸੀ, ਪਰ ਕੀ ਤੁਸੀਂ ਉਸ ਨਾਲ ਕੋਠੇ 'ਤੇ ਮੁਲਾਕਾਤ ਕੀਤੀ ਸੀ ਅਤੇ ਉਹਦੀ ਥੱਕੀ ਹੋਈ ਜਵਾਨੀ ਨੂੰ ਉਂਘਦੀ ਹੋਈ ਚਾਂਦਨੀ 'ਚ ਛੱਡ ਕੇ ਹੇਠਾਂ ਆਪਣੇ ਕਮਰੇ 'ਚ ਸੌਣ ਲਈ ਚਲੇ ਆਏ ਸੀ? ਇਹ ਕਹਿੰਦੇ ਹੋਏ ਇੱਕਦਮ ਰੁਕ ਗਿਆ। ਪਰ ਮੈਨੂੰ ਅਜਿਹੀਆਂ ਗੱਲਾਂ ਨਹੀਂ ਪੁੱਛਣੀਆਂ ਚਾਹੀਦੀਆਂ। ਆਪਣੇ ਦਿਲ ਦਾ ਹਾਲ ਕੌਣ ਦੱਸਦਾ ਹੈ? ਇਸ 'ਤੇ ਮੈਂ ਕਿਹਾ, ਮੈਂ ਤੁਹਾਨੂੰ ਦੱਸਾਂਗਾ, ਪਰੰਤੂ ਪਹਿਲੀ ਮੁਲਾਕਾਤ 'ਚ ਸਭ ਕੁਝ ਪੁੱਛ ਲੈਣਾ ਅਤੇ ਸਭ ਕੁਝ ਦੱਸ ਦੇਣਾ ਚੰਗਾ ਨਹੀਂ ਲੱਗਦਾ। ਤੁਹਾਡਾ ਕੀ ਖਿਆਲ ਹੈ? ਉਹ ਜੋਸ਼ ਜੋ ਗੱਲਾਂ ਕਰਦੇ ਵਕਤ ਉਹਦੇ ਅੰਦਰ ਪੈਦਾ ਹੋ ਗਿਆ ਸੀ ਇੱਕਦਮ ਮਰ ਗਿਆ। ਉਹਨੇ ਧੀਮੇ ਲਹਿਜੇ 'ਚ ਕਿਹਾ, ਤੁਹਾਡਾ ਕਹਿਣਾ ਬਿਲਕੁਲ ਠੀਕ ਹੈ, ਪਰ ਕੀ ਪਤਾ ਕਿ ਤੁਹਾਡੇ ਨਾਲ ਫਿਰ ਕਦੇ ਮੁਲਾਕਾਤ ਨਾ ਹੋਵੇ। ਇਸ 'ਤੇ ਮੈਂ ਕਿਹਾ, ਇਸ 'ਚ ਸ਼ੱਕ ਨਹੀਂ, ਬੰਬਈ ਵੱਡਾ ਸ਼ਹਿਰ ਹੈ, ਪਰ ਸਾਡੀ ਇੱਕ ਨਹੀਂ ਬਹੁਤ ਸਾਰੀਆਂ ਮੁਲਾਕਾਤਾਂ ਹੋ ਸਕਦੀਆਂ। ਬੇਕਾਰ ਆਦਮੀ ਆ, ਯਾਨੀ ਕਹਾਣੀਕਾਰ। ਸ਼ਾਮ ਨੂੰ ਹਰ ਰੋਜ਼ ਇਸ ਵਕਤ ਬਸ਼ਰਤੇ ਕਿ ਬਿਮਾਰ ਨਾ ਹੋ ਜਾਵਾਂ ਤੁਸੀਂ ਮੈਨੂੰ ਹਮੇਸ਼ਾ ਇਸ ਜਗ੍ਹਾ 'ਤੇ ਪਾਓਗੇ। ਇੱਥੇ ਬੇਸ਼ੁਮਾਰ ਲੜਕੀਆਂ ਸੈਰ ਕਰਨ ਆਉਂਦੀਆਂ।
ਮੈਂ ਇਸ ਲਈ ਆਉਂਦਾ ਕਿ ਖੁਦ ਨੂੰ ਕਿਸੇ ਦੀ ਮੁਹੱਬਤ 'ਚ ਗ੍ਰਿਫਤਾਰ ਕਰ ਸਕਾਂ। ਮੁਹੱਬਤ ਬੁਰੀ ਚੀਜ਼ ਨਹੀਂ ਹੈ। ਮੁਹੱਬਤ ਮੁਹੱਬਤ ਉਹਨੇ ਇਸ ਤੋਂ ਅੱਗੇ ਕੁਝ ਕਹਿਣਾ ਚਾਹਿਆ ਪਰ ਨਹੀਂ ਕਹਿ ਸਕਿਆ ਅਤੇ ਬਲਦੀ ਹੋਈ ਰੱਸੀ ਦੀ ਤਰ੍ਹਾਂ ਆਖਰੀ ਵਲ ਖਾ ਕੇ ਚੁੱਪ ਹੋ ਗਿਆ। ਮੈਂ ਮਜ਼ਾਕ ਵਿੱਚ ਉਸ ਨਾਲ ਮੁਹੱਬਤ ਦਾ ਜ਼ਿਕਰ ਕੀਤਾ ਸੀ। ਦਰਅਸਲ ਉਸ ਵਕਤ ਫਿਜ਼ਾ ਅਜਿਹੀ ਦਿਲ ਫਰੇਬ ਸੀ ਕਿ ਜੇਕਰ ਕਿਸੇ ਔਰਤ 'ਤੇ ਆਸ਼ਿਕ ਹੋ ਜਾਂਦਾ ਤਾਂ ਮੈਨੂੰ ਅਫਸੋਸ ਨਾ ਹੁੰਦਾ। ਜਦੋਂ ਦੋਵੇਂ ਵਕਤ ਆਪਸ 'ਚ ਮਿਲ ਰਹੇ ਹੋਣ, ਘੁਸਮੁਸੇ 'ਚ ਬਿਜਲੀ ਦੇ ਬੱਲਬ ਕਤਾਰ ਦਰ ਕਤਾਰ ਅੱਖਾਂ ਝਪਕਣਾ ਸ਼ੁਰੂ ਕਰ ਦੇਣ, ਹਵਾ 'ਚ ਹਲਕੀ ਹਲਕੀ ਠੰਡਕ ਪੈਦਾ ਹੋ ਜਾਏ, ਫਿਜ਼ਾ ਉੱਤੇ ਇੱਕ ਕਹਾਣੀਨੁਮਾ ਕੈਫੀਅਤ ਜਿਹੀ ਛਾ ਜਾਏ ਤਾਂ ਕਿਸੇ ਅਜਨਬੀ ਔਰਤ ਦੀ ਨੇੜਤਾ ਦੀ ਜ਼ਰੂਰਤ ਮਹਿਸੂਸ ਹੋਇਆ ਕਰਦੀ ਹੈ। ਇੱਕ ਅਜਿਹਾ ਜਿਹਦਾ ਅਹਿਸਾਸ ਅਰਧ ਚੇਤਨ ਮਨ 'ਚ ਛੁਪਿਆ ਰਹਿੰਦਾ ਹੈ। ਧੰਨਵਾਦ। ਚੱਲਦਾ।